ਅਜੇ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ ਪੰਜਾਬ ਦੀ ਤਾਂ ਹਿਸਟਰੀ ਆ। ਧਰਮ ਯੁੱਧ ਮੋਰਚਾ ਹੀ ਆਪਾਂ ਦੇਖੋਗੇ 2 ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ। ਇਹ ਜਿਹੜੇ ਨੋਟਿਸ ਵਗੈਰਾ ਜਾਰੀ ਹੋ ਰਹੇ ਆ ਇਹ ਵੀ ਇੱਕ ਤਰ੍ਹਾਂ ਦੀ ਸ਼ੁਰੂਆਤ ਆ। ਅਜੇ ਇਹ ਕੰਮ ਹੋਰ ਵੀ ਜ਼ਿਆਦਾ ਸਟੇਟ ਨੇ ਜਿੰਨੇ ਵੀ ਟੂਲ ਹੈਗੇ ਆਪਣੇ ਉਹ ਵਰਤਣੇ ਆਉਂਦੇ ਸਮੇਂ ਦੇ ਵਿੱਚ। ਤੁਸੀਂ ਜੁੜੇ ਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਲਗਾਤਾਰ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਨਿੱਤ ਨਵੇਂ ਚਿਹਰੇ ਨੂੰ ਸਾਹਮਣੇ ਲੈ ਕੇ ਆਈਦਾ। ਇਸ ਵਕਤ ਅਸੀਂ ਸਿੰਘੂ ਬਾਰਡਰ ਤੇ ਬੈਠੇ ਹੈਗੇ। ਤੁਹਾਨੂੰ ਮਿਲਾ ਰਹੇ ਹਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਦੇ ਨਾਲ, ਜਿਹੜੇ ਕਿ ਸਿੱਖ ਚੈਨਲ ਦੇ ਸੰਪਾਦਕ ਨੇ। ਗੱਲਬਾਤ ਕਰਦੇ ਹੈਗੇ। ਜਿਹੜੀਆਂ ਪਿੱਛੇ ਜੇ ਬੜੀਆਂ ਗੱਲਾਂ ਹੋ ਰਹੀਆਂ ਨੇ ਕਿ ਕਿਸੇ ਨੂੰ ਕੋਈ ਨੋਟਿਸ ਕੱਢਤਾ, ਕਿਸੇ ਨੂੰ 26 ਜਨਵਰੀ ਨੂੰ ਲੈ ਕੇ ਬੋਲਿਆ ਜਾ ਰਿਹਾ, ਕਿਸੇ ਨੂੰ ਮੀਟਿੰਗਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਪਰ ਬੇਸਿੱਟਾ ਨਿਕਲ ਰਹੀਆਂ ਨੇ। ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਦੇ ਨਾਲ। ਭਾਈ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ। ਮਿਹਰਬਾਨੀ ਜੀ, ਬਹੁਤ ਬਹੁਤ। ਕੀ ਲੱਗਦਾ ਜੀ, ਕਦੇ ਕਿਸੇ ਨੂੰ ਕੋਈ ਨੋਟਿਸ ਨਿਕਲ ਜਾਂਦਾ ਅਤੇ ਕਦੇ ਜਾ ਕੇ 26 ਜਨਵਰੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਕਦੇ ਜਿਹੜੀਆਂ ਮੀਟਿੰਗਾਂ ਨੇ ਉਹ ਬੇਸਿੱਟਾ ਨਿਕਲ ਰਹੀਆਂ ਨੇ। ਕੀ ਲੱਗ ਰਿਹਾ ਉਹ ਚੀਜ਼ਾਂ ਨੂੰ ਦੇਖ ਕੇ? ਸੰਘਰਸ਼ ਆ ਜਿਹੜਾ ਕਿੱਥੋਂ ਤੱਕ ਜਾ ਸਕਦਾ ਹੈ? ਦੇਖੋ, ਆਪਾਂ ਤਾਂ ਤਕਰੀਬਨ ਪਹਿਲਾਂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਕਿ ਬੇਸ਼ੱਕ ਅਸੀਂ ਇਹ ਗੱਲ ਮੰਨਦੇ ਹਾਂ ਅਤੇ ਆਮ ਤੌਰ ਦੇ ਉੱਪਰ ਕਹਿ ਵੀ ਇਹ ਗੱਲ ਰਹੇ ਹਾਂ ਕਿ ਅਸੀਂ ਜਿੱਦੀ ਮੋਦੀ ਸਰਕਾਰ ਦੇ ਕੋਲੋਂ 3 ਕਾਨੂੰਨ ਰੱਦ ਕਰਵਾਉਣ ਦੇ ਵਾਸਤੇ ਦਿੱਲੀ ਆਏ ਹੋਏ ਹਾਂ। ਪਰ ਇਹ ਗੱਲ ਸਿਰਫ ਇੱਥੋਂ ਤੱਕ ਸੀਮਤ ਨਹੀਂ ਹੈਗੀ। ਨਾ ਤਾਂ ਸਾਡੇ ਵਿਰੋਧੀ ਦੇ ਵਿੱਚ ਸਿਰਫ ਇੱਕ ਜਿੱਦੀ ਸਰਕਾਰ ਹੈ, ਉਹਦੀਆਂ ਵੀ ਜੇ ਆਪਾਂ ਦੇਖੀਏ ਤਾਂ 3-4 ਲੇਅਰਸ 3-4 ਪਰਤਾਂ ਜਿਹੜੀਆਂ ਆ ਉਹ ਬਣਦੀਆਂ ਆ। ਸਭ ਤੋਂ ਪਹਿਲਾਂ ਤਾਂ ਮੋਦੀ ਸ਼ਾਹ ਦੀ ਆਪਣੀ ਪਰਸਨਲ ਲੀਡਰਸ਼ਿਪ ਹੈ, ਜਿਨਨੇ ਬੀਜੇਪੀ ਦੇ ਅੰਦਰ ਹਰ ਧੜੇ ਨੂੰ ਹੀ ਲਗਭਗ ਨੁਕਰੇ ਲਾਤਾ। ਜੇ ਆਪਾਂ ਦੇਖੀਏ ਅਡਵਾਨੀ ਵਾਜਪਾਈ ਵੇਲੇ ਦਾ ਇੱਕ ਬੜਾ ਮਜ਼ਬੂਤ ਧੜਾ ਸੀਗਾ, ਉਹ ਇਹਨਾਂ ਨੇ ਖ਼ਤਮ ਕੀਤਾ। ਉਸ ਤੋਂ ਇਲਾਵਾ ਯੂਪੀ ਦੇ ਠਾਕਰਾਂ ਦਾ ਧੜਾ ਸੀਗਾ, ਉਹ ਬਿਲਕੁਲ ਇਸ ਵੇਲੇ ਖੁੰਝੇ ਲੱਗੇ ਹੋਏ ਆ। ਮਰਾਠੇ ਬਾਹਮਣਾਂ ਦਾ ਧੜਾ ਜਿਹੜਾ ਆ, ਗਡਕਰੀ ਹੋ ਗਿਆ, ਫੜਨਵੀਸ ਹੋ ਗਏ, ਬੜਾ ਮਜ਼ਬੂਤ ਧੜਾ ਸੀਗਾ ਉਹ ਵੀ ਇਹਨਾਂ ਦੇ ਵੱਲੋਂ ਲਗਭਗ ਨੁਕਰੇ ਲਾਇਆ ਹੋਇਆ। ਔਰ ਮੋਦੀ ਸ਼ਾਹ ਨੇ ਇਸ ਵੇਲੇ ਬੀਜੇਪੀ ਦੇ ਵਿੱਚ ਬਿਲਕੁਲ ਆਪਣੀ ਚੜ੍ਹਤ ਬਣਾਈ ਹੋਈ ਹੈ। ਸੋ ਪਹਿਲੀ ਪਰਤ ਦੇ ਵਿੱਚ ਉਹ ਵਿਰੋਧੀ ਹੈ। ਜੇ ਆਪਾਂ ਦੂਸਰੀ ਪਰਤ 'ਚ ਦੇਖੀਏ ਤਾਂ RSS BJP ਆ ਜਾਂਦੀ, ਜਿਹੜੇ ਦਾਅਵਾ ਕਰਦੇ ਕਿ ਅਸੀਂ ਇਤਿਹਾਸ ਦੀ ਸਭ ਤੋਂ ਵੱਡੀ ਕੇਡਰ ਵਾਲੀ ਜਥੇਬੰਦੀ ਹੈ, ਜਿਨ੍ਹਾਂ ਦੇ ਕੋਲ ਇੱਕ ਬੜੀ ਵੱਡੀ ਦੰਗਾ ਕਰਨ ਵਾਲੀ ਫੋਰਸ ਹੈ। ਆਪਾਂ ਦੇਖਿਆ ਬੀਤੇ ਸਮੇਂ ਦੇ ਦੌਰਾਨ ਆ ਦਿੱਲੀ ਦੇ ਵਿੱਚ ਹਾਲੀ ਥੋੜ੍ਹੇ ਸਮੇਂ 'ਚ ਬਹੁਤੀਆਂ ਜਿਹੜੀਆਂ ਮਸਜਿਦਾਂ ਨੇ ਉਹਨਾਂ ਦੀਆਂ ਉੱਡੀਆਂ ਹੋਈਆਂ ਛੱਤਾਂ ਇਸ ਗੱਲ ਦੀ ਗਵਾਹੀ ਨੇ ਕਿ RSS BJP ਦੇ ਕੋਲ ਕਿੱਡੀ ਵੱਡੀ ਆਪਣੀ ਇੱਕ ਪੈਰਾਮਿਲਟਰੀ ਵਰਗੀ ਮਤਲਬ ਇੱਕ ਫੋਰਸ ਹੈਗੀ ਆ, ਜਿਹਦੇ ਰਾਹੀਂ ਉਹ ਦੰਗੇ ਭੜਕਾਉਂਦੇ ਆ। ਤੀਸਰੀ ਪਰਤ ਦੇ ਵਿੱਚ ਦੇਖੋ ਤਾਂ ਇੰਡੀਅਨ ਸਟੇਟ ਆ, ਜਿਹਦੇ ਕੋਲ ਨਿਊਕਲੀਅਰ ਪਾਵਰ ਹੈ। ਉਸ ਤੋਂ ਬਾਅਦ ਦੇ ਵਿੱਚ ਬੜੀ ਵੱਡੀ ਦੁਨੀਆ ਦੀਆਂ ਵੱਡੀਆਂ ਫੌਜਾਂ 'ਚ ਉਹਦੀ ਫੌਜ ਦੀ ਗਿਣਤੀ ਹੁੰਦੀ ਹੈ। ਉਸ ਤੋਂ ਇਲਾਵਾ ਪੈਰਾਮਿਲਟਰੀ ਜਿਹੜੀ ਆ ਉਹ ਵੀ ਲਗਭਗ ਫੌਜ ਵਰਗੀ ਆ। ਫਿਰ ਪੁਲਿਸ ਆ, ਫਿਰ NIA, CBI, ਇਨਕਮ ਟੈਕਸ ਡਿਪਾਰਟਮੈਂਟ, ਇਨਫੋਰਸਮੈਂਟ ਡਾਇਰੈਕਟੋਰੇਟ। ਅਤੇ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਵੀ ਜਿੱਦਾਂ ਜਿੱਦਾਂ ਇਹ ਸੰਘਰਸ਼ ਜਾਣਾ, ਸਟੇਟ ਨੇ ਆਪਣੇ ਸਾਰੇ ਟੂਲਾਂ ਦੀ ਵਰਤੋਂ ਕਰਨੀ ਆ। ਅਜੇ ਤਾਂ NIA ਦੇ ਨੋਟਿਸ ਜਾਰੀ ਹੋਏ ਆ ਨਾ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸੱਦਣਾ, ਮਨੀ ਲਾਂਡਰਿੰਗ ਦੇ ਨੋਟਿਸ ਜਿਹੜੇ ਆ ਉਹ ਵੀ ਆਉਣੇ ਆ। ਉਸ ਤੋਂ ਇਲਾਵਾ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ ਰੇਡਾਂ ਮਾਰਨੀਆਂ, ਉਹ ਸਭ ਕੁਝ ਹੋਣਾ ਆ। ਚੌਥੀ ਪਰਤ ਜਿਹੜੀ ਆ ਉਹ ਫਿਰ ਕਾਰਪੋਰੇਟ ਦੀ ਆ, ਜਿੱਥੇ ਮਤਲਬ ਇਕੱਲੇ ਅੰਬਾਨੀ ਅਡਾਨੀ ਦੀ ਗੱਲ ਨਾ ਕਰੋ, ਇਹਨਾਂ ਦੇ ਪਿੱਛੇ ਦੇਖੋ ਕੌਣ ਖੜਾ ਆ। ਫੇਸਬੁੱਕ ਦੀ ਕਿੰਨੇ ਬਿਲੀਅਨਸ ਦੀ ਜਿਹੜੀ ਆ ਉਹ ਇਨਵੈਸਟਮੈਂਟ ਜੀਓ ਜਾਂ ਰਿਲਾਇੰਸ ਦੇ ਵਿੱਚ ਆ ਕੇ ਹੋ ਰਹੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਆ ਜਦੋਂ, ਫਿਰ ਇਹ ਜਿਹੜੇ ਕਾਨੂੰਨ ਨੇ ਇਹ ਵੀ ਆਪਣੇ ਆਪ ਦੇ ਵਿੱਚ ਦੇਖੀਏ ਵੀ ਕਿਸੇ ਖਲਾਅ ਦੇ ਵਿੱਚੋਂ ਤਾਂ ਨਿਕਲੇ ਨਹੀਂ। ਇਹ ਜਿਹੜਾ ਇੱਕ ਨਵੇਂ ਗਲੋਬਲ ਆਰਡਰ ਦੀ ਗੱਲ ਚੱਲ ਰਹੀ ਆ, ਜਿਹਦੇ ਤਹਿਤ ਜਿਹੜਾ ਕਰੋਨੀ ਕੈਪੀਟਲਿਜ਼ਮ ਆ ਉਹ ਸਟੇਟਾਂ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਰਲ ਕੇ ਪੂਰੀ ਹਰ ਤਰ੍ਹਾਂ ਦੀ ਕਿਰਤ ਦੇ ਹਰ ਤਰ੍ਹਾਂ ਦੀ ਜਿਹੜੇ ਸਾਧਨ ਨੇ ਉਹਨਾਂ 'ਤੇ ਕਬਜ਼ਾ ਕਰਨਾ ਚਾਹੁੰਦਾ, ਲੋਕਾਈ ਨੂੰ ਗੁਲਾਮ ਕਰਨਾ ਚਾਹੁੰਦਾ। ਸੋ ਇਸ ਸਾਰੇ ਕਾਸੇ ਜਦੋਂ ਤੁਸੀਂ ਇਸ ਡਿਸਟੈਂਸ 'ਤੇ ਖੜ੍ਹ ਕੇ ਦੇਖਦੇ ਹੋ, ਫਿਰ ਤੁਹਾਨੂੰ ਸਮਝ ਆਉਂਦਾ ਵੀ ਜੇ ਸਰਕਾਰ ਮਸਲਾ ਹੱਲ ਨਹੀਂ ਕਰ ਰਹੀ ਲੱਖਾਂ ਲੋਕਾਂ ਦੇ ਬੈਠੇ ਹੋਣ ਦੇ ਬਾਵਜੂਦ ਵੀ, ਤੇ ਇਹ ਆ ਕਿ ਜਿੱਦਾਂ ਆਪਾਂ ਪੰਜਾਬ 'ਚ ਬੈਠੇ ਜਾਂਦੇ ਸੀ ਵੀ ਇਹ ਪੰਜਾਬ ਦੇ ਲਈ ਹੋਣ ਦਾ ਮਸਲਾ, ਇਹ ਬੇਸਿਕਲੀ ਉਹਨਾਂ ਦੇ ਲਈ ਵੀ ਹੋਣ ਦਾ ਮਸਲਾ। ਸੋ ਇਹਦਾ ਸੁਖਾਲਾ ਹੱਲ ਜਿਹੜਾ ਆ ਉਹ ਨਹੀਂ ਨਜ਼ਰ ਆਉਂਦਾ, ਉਹ ਨਹੀਂ ਨਿਕਲਣਾ। ਇਹਦੇ ਵਿੱਚ ਲੰਬੀ ਸਟਰਗਲ ਆ ਔਰ ਪੀਸਫੁਲ ਸਟਰਗਲ ਜਿਹੜੀ ਆ ਉਹਦੇ ਹਿਸਾਬ ਨਾਲ ਤਾਂ ਅਜੇ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ। ਪੰਜਾਬ ਦੀ ਤਾਂ ਹਿਸਟਰੀ ਆ। ਧਰਮ ਯੁੱਧ ਮੋਰਚਾ ਹੀ ਆਪਾਂ ਦੇਖੋਗੇ 2 ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ। ਸੋ ਇਹ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਇਹ ਜਿਹੜੇ ਨੋਟਿਸ ਵਗੈਰਾ ਜਾਰੀ ਹੋ ਰਹੇ ਆ ਇਹ ਵੀ ਇੱਕ ਤਰ੍ਹਾਂ ਦੀ ਸ਼ੁਰੂਆਤ ਆ। ਅਜੇ ਇਹ ਕੰਮ ਹੋਰ ਵੀ ਜ਼ਿਆਦਾ ਸਟੇਟ ਨੇ ਜਿੰਨੇ ਵੀ ਟੂਲ ਹੈਗੇ ਆਪਣੇ ਉਹ ਵਰਤਣੇ ਆਉਂਦੇ ਸਮੇਂ ਦੇ ਵਿੱਚ।
ਹਾਂਜੀ। ਕੀ ਲੱਗਦਾ ਪਿਆ ਜੀ, ਜਿਵੇਂ ਹੁਣ ਜਿਹੜੀਆਂ ਤੁਸੀਂ ਨੋਟਿਸਾਂ ਦੀ ਗੱਲ ਕਰੀ ਹੈਗੀ, ਨੋਟਿਸਾਂ ਦੇ ਵਿੱਚ ਜਾਰੀ ਹੋਇਆ NIA ਵੱਲੋਂ ਕਾਫੀ ਜਿਹੜੇ ਆਗੂ ਸੀ ਜਾਂ ਪੱਤਰਕਾਰ ਸੀ ਉਹਨਾਂ ਨੂੰ ਨੋਟਿਸ ਆ ਗਏ ਆ, ਕੀ ਲੱਗਦਾ ਪਿਆ ਉਹ ਨੋਟਿਸਾਂ ਨੂੰ ਕਿਵੇਂ ਦੇਖਣਾ ਚਾਹੀਦਾ ਹੈਗਾ? ਲਾਈਟਲੀ ਲੈਣਾ ਚਾਹੀਦਾ ਕਿ ਉਹਨਾਂ ਨੂੰ ਮਤਲਬ ਇੱਦਾਂ ਦੇਖਣਾ ਚਾਹੀਦਾ ਵੀ ਇਹ ਯਾਰ ਕਿਤੇ ਨਾ ਕਿਤੇ ਜਾ ਕੇ ਸਾਡਾ ਜਿਹੜਾ ਭਵਿੱਖ ਆ ਉਹ ਵੀ ਖਰਾਬ ਕਰ ਸਕਦੇ ਨੇ? ਨਹੀਂ, ਲਾਈਟਲੀ ਲੈਣ ਵਾਲੀ ਗੱਲ ਤਾਂ ਨਹੀਂ ਹੈਗੀ। NIA ਇੰਡੀਆ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਹੈ। ਸੋ ਜੇ ਉਹ ਕਿਸੇ ਨੂੰ ਨੋਟਿਸ ਭੇਜ ਰਹੀ ਆ, ਇਹ ਕੋਈ ਹਲਕੀ ਗੱਲ ਤਾਂ ਹੈ ਨਹੀਂ ਗੀ। ਹਾਂ, ਪਰ ਇਹਨੂੰ ਦੇਖਣਾ ਚਾਹੀਦਾ ਵੀ ਇੱਕ ਤਾਂ ਨੋਟਿਸਾਂ ਦੇ ਬਾਰੇ 'ਚ ਵੀ ਇਹ ਕਿੰਨੀ ਤਾਦਾਦ ਦੇ ਵਿੱਚ ਆਏ ਆ, ਕਿਸ ਧਾਰਾ ਦੇ ਤਹਿਤ ਭੇਜੇ ਗਏ ਆ, ਕੀ ਕਿਹਾ ਗਿਆ ਆ, ਅਤੇ ਸੰਭਾਵੀ ਇਹਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ। ਮੇਰੀ ਜਸਪਾਲ ਸਿੰਘ ਮੰਚਪੁਰ ਜਿਹੜੇ ਵਕੀਲ ਨੇ UAPA ਦੇ ਮਾਮਲੇ ਦੇਖਦੇ, ਬਹੁਤੇ ਬੰਦੇ ਜਿਨ੍ਹਾਂ ਨੂੰ ਨੋਟਿਸ ਆਏ ਉਹਨਾਂ ਦੇ ਤੱਕ ਪਹੁੰਚ ਕੀਤੀ, ਉਹਨਾਂ ਨਾਲ ਗੱਲ ਹੋਈ। ਹੁਣ ਤੱਕ ਉਹ ਕਹਿੰਦੇ ਵੀ 1.5 ਤੋਂ 2 ਦਰਜਨ ਤੱਕ ਬੰਦੇ ਜਿਹੜੇ ਆ ਉਹਨਾਂ ਨੇ ਪਹੁੰਚ ਬਣਾਈ ਆ। ਅਸੀਂ ਵੀ ਆਪਣੇ ਸਰੋਤਾਂ ਤੋਂ ਪਤਾ ਕੀਤਾ, ਲਗਭਗ 40 ਤੋਂ ਉੱਪਰ ਬੰਦਿਆਂ ਨੇ ਇਹ ਗੱਲ ਕਨਫਰਮ ਕੀਤੀ ਆ ਕਿ ਉਹਨਾਂ ਨੂੰ ਜਿਹੜੇ ਨੋਟਿਸ ਆ ਇਹ ਆਏ ਹੋਏ ਆ। ਅੱਛਾ, ਆਏ ਕਿੰਨਾ ਨੂੰ ਹੈ? ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਕਿਸਾਨ ਯੂਨੀਅਨਾਂ ਦੇ ਲੀਡਰ ਨੇ, ਬਲਦੇਵ ਸਿੰਘ ਸਿਰਸਾ ਉਹਨਾਂ ਦਾ ਨਾਂ ਅਖਬਾਰਾਂ ਦੇ ਵਿੱਚ ਆ ਗਿਆ, ਦੀਪ ਸਿੱਧੂ ਦੇ ਭਾਈ ਦਾ ਆ ਗਿਆ, ਹੈ ਨਾ, KTV ਵਾਲੇ ਜਸਵੀਰ ਸਿੰਘ ਦਾ ਆ ਗਿਆ। ਉਸ ਤੋਂ ਇਲਾਵਾ ਤਕਰੀਬਨ 25-30 ਨੋਟਿਸਾਂ ਦੀਆਂ ਕਾਪੀਆਂ ਮੈਨੂੰ ਲੋਕਾਂ ਨੇ WhatsApp ਦੇ ਉੱਪਰ ਭੇਜੀਆਂ ਹੋਈਆਂ। ਕੋਈ ਕਿਸੇ ਮਨੁੱਖਤਾ ਸਮਾਜ ਸੇਵੀ ਜਥੇਬੰਦੀ ਦੇ ਨਾਲ ਕੰਮ ਕਰ ਰਹੇ ਆ, ਕੋਈ ਲੰਗਰਾਂ ਵਾਲੇ ਨੇ, ਕੋਈ ਜਿਹੜੇ ਆ ਉਹ ਪੋਲੀਟੀਕਲ ਐਕਟੀਵਿਸਟ ਨੇ, ਕੋਈ ਜਿਹੜੇ ਆ ਉਹ ਮਤਲਬ ਕਿਸਾਨ ਜਥੇਬੰਦੀਆਂ ਦੇ ਨਾਲ ਤੁਰੇ ਹੋਏ ਆ, ਕੋਈ ਆਲਟਰਨੇਟਿਵ ਨਰੇਟਿਵ ਨੂੰ ਖੜਾ ਕਰਨ ਵਾਲੇ ਆ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਦੂਜਾ ਇਹ ਆ ਕਿ ਇਹ ਵੀ ਗੱਲ ਸਮਝਣੀ ਚਾਹੀਦੀ, ਜਿਸ ਮਾਮਲੇ ਦੇ ਵਿੱਚ ਇਹ ਨੋਟਿਸ ਜਾਰੀ ਹੋਏ ਆ ਉਹ FIR ਨੰਬਰ 40 RC 40 NIA ਦਿੱਲੀ ਬ੍ਰਾਂਚ ਦੀ ਰਜਿਸਟਰ ਕੀਤੀ ਹੋਈ ਹੈ। ਇਹ ਦਸੰਬਰ 2020 ਦੇ ਵਿੱਚ ਰਜਿਸਟਰ ਹੋਈ ਹੈ। 3 ਜਾਣਿਆਂ ਦੇ ਖਿਲਾਫ ਹੈ, ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ, ਹਰਦੀਪ ਸਿੰਘ ਨਿੱਜਰ ਦੇ ਖਿਲਾਫ, ਪਰਮਜੀਤ ਸਿੰਘ ਪੰਮਾ ਜਿਹੜਾ ਸਰਕਾਰ ਕਹਿੰਦੀ ਕਿ ਇੰਗਲੈਂਡ ਦੇ ਵਿੱਚ ਆ ਉਹਦੇ ਖਿਲਾਫ, ਤੇ ਨਾਲ ਪਾਇਆ ਹੋਇਆ ਕਿ ਅਨਨੋਨ ਪਰਸਨਸ। ਉਹ 'ਚ ਉਹਨਾਂ ਨੇ ਇਹ ਗੱਲ ਬਕੌਲ ਜਿਹੜੀ ਉਹ FIR ਆ ਉਹਦੇ ਮੁਤਾਬਕ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਰੈਲੀਆਂ ਹੋ ਰਹੀਆਂ ਤੇ ਉੱਥੇ 6 ਫॉर ਜਸਟਿਸ ਜਿਹੜੀ ਆ ਉਹ ਫੰਡ ਇਕੱਤਰ ਕਰ ਰਹੀ ਆ। ਇਹ ਸਰਕਾਰ ਨੇ ਜਾਂ NIA ਨੇ ਇਲਜ਼ਾਮ ਲਾਇਆ ਉਸ FIR ਦੇ ਵਿੱਚ। ਜਿਹੜੇ ਨੋਟਿਸ ਜਾਰੀ ਕੀਤੇ ਗਏ ਆ ਇਹ 160 CRPC ਦੇ ਤਹਿਤ ਕੀਤੇ ਗਏ ਆ। 160 CRPC ਬੇਸਿਕਲੀ ਇਹ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ, ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਇੱਕ ਜਾਂਚ ਕਰਨ ਵਾਲਾ ਪੁਲਿਸ ਅਫਸਰ ਆ, ਉਹ ਜਿਹਨੂੰ ਲੱਗਦਾ ਕਿ ਇਹਨੂੰ ਕਿਸੇ ਵੀ ਮਾਮਲੇ ਦੇ ਫੈਕਟਸ ਦਾ ਪਤਾ ਆ, ਉਹਨੂੰ ਬਤੌਰ ਗਵਾਹ ਸੱਦ ਸਕਦਾ। ਸੋ ਇਹ ਜਿਹੜੇ ਨੋਟਿਸ ਨੇ, ਇਹ ਜਿਨ੍ਹਾਂ ਬੰਦਿਆਂ ਨੂੰ ਨੋਟਿਸ ਆਏ ਉਹਨਾਂ ਨੂੰ ਹਾਲ ਦੀ ਘੜੀ ਕੋਈ ਦੋਸ਼ੀ ਨਹੀਂ ਬਣਾਇਆ ਗਿਆ ਕਿਸੇ ਵੀ ਮਾਮਲੇ ਦੇ ਵਿੱਚ। ਉਹਨਾਂ ਨੂੰ ਗਵਾਹੀ ਦੇਣ ਦੇ ਵਾਸਤੇ ਜਾਂ ਬਤੌਰ ਗਵਾਹ 161 ਦੇ ਬਿਆਨ ਦਰਜ ਕਰਾਉਣ ਦੇ ਲਈ ਬੁਲਾਇਆ ਜਾ ਰਿਹਾ। ਪਰ ਹੈ ਹੁਣ ਜੇਕਰ ਇਹਦੀ ਮਨਸ਼ਾ ਦੇਖੀਏ ਵੀ ਇਹਦੇ ਪਿੱਛੇ ਕੀ ਆ, ਹੈ ਇਹ ਹੈ ਕਿ ਇੱਕ ਦਬਾਅ ਪਾਉਣ ਦੀ ਟੈਕਟਿਕਸ ਹੈ ਕਿ ਜਿੰਨੀ ਵੱਡੀ ਪੱਧਰ ਦੇ ਉੱਪਰ ਲੋਕਾਂ ਨੂੰ ਕੱਢ ਦਿਓ ਤਾਂ ਕਿ ਆਮ ਬੰਦੇ, ਸ਼ਾਇਦ ਸਰਕਾਰ ਨੂੰ, ਹੁਣ ਆਪਾਂ ਦਾ ਅੰਦਾਜ਼ਾ ਲਾ ਸਕਦੇ। 2 ਕਾਰਨ ਮੈਨੂੰ ਇਹਦੇ ਜਿਹੜੇ ਆ ਉਹ ਸਮਝ ਆਉਂਦੇ ਆ। ਇੱਕ ਕਾਰਨ ਜਿਹੜਾ ਆ ਉਹ ਇਮੀਡੀਏਟ ਲੱਗਦਾ ਆ ਕਿਉਂਕਿ ਸਰਕਾਰ ਨੇ, ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ 'ਚ ਪਿਛਲੀ ਮੀਟਿੰਗ ਦੇ ਦੌਰਾਨ ਕਿਹਾ ਸੀਗਾ ਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਖਾਲਿਸਤਾਨੀਆਂ ਨੇ ਘੁਸਪੈਠ ਕਰ ਲਈ, ਜੋ ਉਹਨੇ ਲਫ਼ਜ਼ ਵਰਤੇ ਆ, ਉਹਦੇ ਲਫ਼ਜ਼ ਨੇ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੇ ਉੱਪਰ ਸਾਨੂੰ ਐਫੀਡੇਵਿਟ ਦਿਓ। ਕਹਿੰਦੇ ਜੀ ਠੀਕ ਹੈ, ਅਸੀਂ ਐਫੀਡੇਵਿਟ ਦੇਵਾਂਗੇ, ਨਾਲ ਅਸੀਂ IB ਦੀਆਂ ਰਿਪੋਰਟਾਂ ਲਾਵਾਂਗੇ। ਸੋ ਇੱਕ ਤਾਂ ਜੋ ਮੈਨੂੰ ਲੱਗਦਾ ਹੈ ਕਿ ਬੇਸਿਕਲੀ ਅਗਲੀ ਸੁਣਵਾਈ ਤੋਂ ਪਹਿਲਾਂ ਇਹ ਉਸ ਤਰ੍ਹਾਂ ਦੇ ਸਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੱਖਣਗੇ ਕਿ ਦੇਖੋ ਜੀ, ਮਤਲਬ ਇੰਨੇ ਬੰਦਿਆਂ ਨੂੰ, 40 ਜਾਣਿਆਂ ਨੂੰ ਜਾਂ 60 ਜਾਣਿਆਂ ਨੂੰ ਅਸੀਂ ਨੋਟਿਸ ਜਾਰੀ ਕੀਤੇ ਆ, ਇਹ ਇਸ ਤਰ੍ਹਾਂ ਹੋਇਆ ਵੀ ਜਿਹਦੇ 'ਚ ਉਹ ਆਪਣੀ ਜਿਹੜਾ ਉਹਨਾਂ ਨੇ ਇੱਕ ਦਾਅਵਾ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨੂੰ ਜਸਟੀਫਾਈ ਕਰ ਸਕਣ, ਉਹਨੂੰ ਦਿਖਾ ਸਕਣ। ਦੂਸਰਾ ਕਾਰਨ ਇਹ ਵੀ ਹੋ ਸਕਦਾ ਵੀ ਸਰਕਾਰ ਨੂੰ ਇਹ ਲੱਗਦਾ ਹੋਵੇ ਕਿ ਇੱਥੇ ਜਿਹੜੇ ਮਤਲਬ ਲੰਗਰ ਚੱਲ ਰਹੇ ਆ ਜਾਂ ਮਦਦ ਚੱਲ ਰਹੀ ਆ, ਕੋਈ ਕਿਸੇ ਤਰ੍ਹਾਂ ਦੀ ਸਪਲਾਈਜ਼ ਆ ਰਹੀਆਂ ਨੇ, ਉਹ ਵਿਦੇਸ਼ੀ ਪੈਸੇ ਤੋਂ ਆ ਰਹੀਆਂ। ਇਹ ਉਹਨਾਂ ਦੀ ਸੋਚਣੀ ਹੋ ਸਕਦੀ, ਉਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਵੀ ਸ਼ਾਇਦ ਲੋਕਾਂ ਨੂੰ ਡਰਾ ਲਿਆ ਜਾਵੇ। ਪਰ ਮੈਂ ਕਹਿੰਦਾ ਵੀ ਜੇਕਰ ਕੋਈ ਬੰਦਾ ਕਿਸੇ ਫਾਈਨਾਂਸ ਦੇ ਮਹਿਕਮੇ ਨਾਲ ਜੁੜਿਆ ਹੋਇਆ, ਉਹਨਾਂ ਦੇ ਕਰਨ ਵਾਲਾ ਇੱਕ ਇਹ ਕੰਮ ਹੈਗਾ ਆ ਕਿ ਇਹ ਡਾਟਾ ਕੱਢੋ ਪਿਛਲੇ 10 ਸਾਲਾਂ ਦਾ ਕਿ ਅਦਰਵਾਈਜ਼ ਲੀਗਲ ਸੋਰਸਿਸ ਦੇ ਰਾਹੀਂ ਪੰਜਾਬ ਦੇ ਵਿੱਚ NRIਆਂ ਵੱਲੋਂ ਕਿੰਨਾ ਪੈਸਾ ਆ ਰਿਹਾ ਸੀ। ਜੇ ਤੁਸੀਂ ਪੰਜਾਬ ਦੀ ਟੋਟਲ GDP ਦਾ ਹਿੱਸਾ ਲਾਓ ਤੇ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ NRIਆਂ ਵੱਲੋਂ ਜਿਹੜਾ ਆਪਣੇ ਪਰਿਵਾਰਾਂ ਨੂੰ ਜਾਂ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਜਾਂ ਕਿਸੇ ਵੀ ਕਾਰਨ ਕਰਕੇ ਜਿਹੜੀ ਫੋਰਨ ਕਰੰਸੀ ਭੇਜੀ ਜਾ ਰਹੀ ਸੀਗੀ ਵੀ ਉਹ ਪਹਿਲਾਂ ਤੋਂ ਆ ਰਹੀ ਹੈ। ਸੋ ਇਹ 2 ਕਾਰਨ ਸਮਝ ਆਉਂਦੇ ਆ ਵੀ ਇਸ ਤਰ੍ਹਾਂ ਹੋ ਸਕਦਾ। ਜਿਹੜਾ ਤੁਸੀਂ ਕਿਹਾ ਵੀ ਇਹਨੂੰ ਲਾਈਟਲੀ ਬਿਲਕੁਲ ਨਹੀਂ ਲਿਆ ਜਾਣਾ ਚਾਹੀਦਾ, ਇਸ ਸੰਬੰਧੀ ਜੁਆਇੰਟ ਫੈਸਲਾ ਹੋਣਾ ਚਾਹੀਦਾ। ਬੇਸ਼ੱਕ ਉਹਨਾਂ ਨੇ ਜਿਹੜੇ ਮਤਲਬ ਨੋਟਿਸ ਕੱਢੇ ਆ ਉਹ ਇੰਡੀਵਿਜੂਅਲ ਬੰਦਿਆਂ ਨੂੰ ਕੱਢੇ ਆ,
ਪਰ ਇਹਦਾ ਟਾਰਗੇਟ ਜਿਹੜਾ ਆ ਉਹ ਸੰਘਰਸ਼ ਹੈ। ਸੋ ਇਹ ਸੰਘਰਸ਼ ਕਰ ਰਹੀਆਂ ਧਿਰਾਂ ਦਾ ਵੀ ਫਰਜ਼ ਬਣਦਾ ਆ ਵੀ ਉਹ ਇਸ ਸੰਬੰਧੀ ਡਾਟਾ ਇਕੱਤਰ ਕਰਵਾਉਣ ਕਿ ਕਿੰਨੇ ਜਾਣਿਆਂ ਨੂੰ ਇਹ ਨੋਟਿਸ ਜਾਰੀ ਹੋਏ ਆ, ਔਰ ਨਾਲ ਦੀ ਨਾਲ ਇਸ ਸੰਬੰਧੀ ਕੋਈ ਉਹ ਸਟੇਟਮੈਂਟ ਵੀ ਉਹਨਾਂ ਨੂੰ ਜਿਹੜੀ ਆ ਉਹ ਦੇਣੀ ਬਣਦੀ ਆ। ਔਰ ਜਿਹੜੇ ਬੰਦਿਆਂ ਨੂੰ ਨੋਟਿਸ ਜਾਰੀ ਹੋਏ, ਕੱਲ੍ਹ ਕੁਝ ਸੱਜਣ ਇੱਥੇ ਤੰਬੂ ਦੇ ਵਿੱਚ ਵੀ ਸਾਨੂੰ ਮਿਲਣ ਆਏ ਸੀ, ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਜਿੰਨੇ ਵੀ ਜਾਣਿਆਂ ਦੇ ਹੋਏ ਆ ਆਪਦੀ ਇੱਕ ਸਾਂਝੀ ਮੀਟਿੰਗ ਕਰੋ ਤੇ ਜੁਆਇੰਟਲੀ ਫੈਸਲਾ ਲਓ ਵੀ ਇਹਦੇ ਬਾਰੇ 'ਚ ਕੀ ਕੀਤਾ ਜਾਣਾ ਚਾਹੀਦਾ। ਜੇ ਦੇਖਿਆ ਜਾਵੇ ਤਾਂ ਜੀ ਹੁਣ ਜਥੇਬੰਦੀਆਂ ਦੀ ਕੱਲ ਮੀਟਿੰਗ ਸੀ, ਜਿਹੜੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਰੱਖੀ ਆ ਇਹ ਸਰਕਾਰ ਦੇ ਸਾਹਮਣੇ। ਉਹਨਾਂ ਨੇ ਕਿਹਾ ਜਥੇਬੰਦੀਆਂ ਦਾ ਇਹ ਕਹਿਣਾ ਕਿ ਅਸੀਂ ਇਹ ਗੱਲ ਰੱਖੀ ਆ ਪਰ ਸਰਕਾਰ ਕਹਿ ਰਹੀ ਹੈ ਸਾਡੇ ਦੇ ਵਿੱਚ ਕੁਛ ਲੈਣਾ ਦੇਣੀ ਹੈ ਨਹੀਂਗਾ। ਤੁਹਾਨੂੰ ਕੀ ਲੱਗ ਰਿਹਾ ਜੀ? ਨਹੀਂ, ਇਹ ਤਾਂ ਦੇਖੋ, ਇਹ ਤਾਂ ਹੁਣ ਜਥੇਬੰਦੀਆਂ ਦੇ ਵਿੱਚੋਂ ਜਿਹੜੇ ਵੀ ਸ਼ਖਸੀਅਤਾਂ ਕਰਨ ਜਾਂਦੀਆਂ ਉਹਨਾਂ ਦਾ 40-40 ਸਾਲ ਦਾ ਤਜਰਬਾ ਆ। ਉਹਨਾਂ ਨੂੰ ਪਤਾ ਆ ਵੀ ਮਤਲਬ ਘਰੇ ਵੀ ਜੇਕਰ ਕੋਈ ਅੜਿਆ ਹੋਵੇ ਤਾਂ ਜਿੰਨਾ ਚਿਰ ਤੁਸੀਂ ਦਬਕਾ ਨਹੀਂ ਮਾਰਦੇ ਅਗਲਾ ਮੰਨਦਾ ਨਹੀਂ ਹੈ। ਤੁਸੀਂ ਉੱਥੇ ਜਾ ਕੇ ਜੇ ਤਾਂ ਦੇਖੋ ਨੌਂਗਾ ਪਾਉਣਾ ਆ, ਨੌਂਗੇ ਪਾਉਣ ਦੇ ਤਰੀਕੇ ਨਾਲ ਤਾਂ ਤੁਸੀਂ ਜਾ ਕੇ ਅਗਲੇ ਨੂੰ ਕਹਿ ਦਿਓ, ਉਹਨਾਂ ਨੇ ਜੋ ਜਵਾਬ ਦਿੱਤਾ ਉਹ ਆ ਕੇ ਲੋਕਾਂ ਨੂੰ ਕਹਿ ਦਿਓ ਵੀ ਅਗਲਿਆਂ ਨੇ ਆਹ ਜਵਾਬ ਦਿੱਤਾ। ਫਿਰ ਤਾਂ ਉਹ ਕਹਿ ਹੀ ਰਹੇ ਆ ਵੀ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਆ, ਫਿਰ ਤਾਂ ਤੁਸੀਂ ਆ ਕੇ ਇੰਨੀ ਗੱਲ ਵੀ ਕਹਿ ਦਿਓ। ਸੋ ਬੜੀ ਐਕਸਪੀਰੀਅੰਸਡ ਬੰਦੇ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਜਿੰਨੀ ਦੇਰ ਤੱਕ ਤੁਸੀਂ, ਜੇ ਹਰਿਆਣੇ ਦੇ ਵਿੱਚ 100 ਤੋਂ ਉੱਪਰ FIR ਦਰਜ ਹੋਈ ਹੈ, 900 ਤੋਂ ਵੱਧ ਬੰਦਿਆਂ ਦੇ ਉੱਪਰ ਕੇਸ ਦਰਜ ਹੋ ਗਏ ਆ ਇਸ ਸੰਘਰਸ਼ ਦੇ ਕਰਕੇ, ਤੇ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਆ ਲੀਡਰਸ਼ਿਪ ਦੀ ਵੀ ਉਹਨਾਂ ਦੇ ਹੱਕ ਦੇ ਵਿੱਚ ਵੀ ਕੋਈ ਐਕਸ਼ਨ ਪ੍ਰੋਗਰਾਮ ਜਿਹੜਾ ਆ ਉਹ ਦਿੱਤਾ ਜਾਵੇ। ਠੀਕ ਆ, ਸਰਕਾਰ ਨੇ ਆਪਣੀ ਕਾਰਵਾਈ ਕਰਨੀ ਹੈ, ਸਰਕਾਰ ਤੱਕ ਡਿਪਲੋਮੈਟਿਕ ਚੈਨਲ ਦੇ ਰਾਹੀਂ ਗੱਲ ਪਹੁੰਚਾਉਣੀ ਇੱਕ ਗੱਲ ਆ, ਪਰ ਹੁਣ ਮੰਗ ਪੱਤਰ ਤਾਂ ਜਾਂ ਮੀਟਿੰਗਾਂ ਦੇ ਸੱਦੇ ਜਾਂ ਖਤੋ ਖਤਾਵਤ ਤਾਂ ਉੱਥੇ ਬੈਠਿਆਂ ਦੀ ਵੀ ਹੋ ਰਹੀ ਸੀ ਨਾ। ਦਿੱਲੀ ਆਉਣ ਤੋਂ ਬਾਅਦ ਜ਼ਾਹਰ ਜੀ ਗੱਲ ਆ ਅਗਲਾ ਪੜਾਅ ਆਇਆ। ਸੋ ਉਸੇ ਤਰੀਕੇ ਦੇ ਨਾਲ ਆ ਵੀ ਸਿਰਫ ਇੰਨੀ ਗੱਲ ਦੇ ਨਾਲ ਗੱਲ ਨਹੀਂ ਬਣਦੀ ਵੀ ਅਸੀਂ ਸਰਕਾਰ ਨੂੰ ਜਾ ਕੇ ਦੱਸਿਆ ਸੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਸੀ, ਆ ਕੇ ਜਵਾਬ ਲੋਕਾਂ ਨੂੰ ਦੇ ਦਿੱਤਾ। ਇਹ ਲੀਡਰਸ਼ਿਪ ਮੈਨੂੰ ਉਮੀਦ ਕਰਨੀ ਚਾਹੀਦੀ, ਆਪਾਂ ਨੂੰ ਰੱਖਣੀ ਚਾਹੀਦੀ ਆ ਵੀ ਇਸ ਸਬੰਧ ਦੇ ਵਿੱਚ ਲੀਡਰਸ਼ਿਪ ਆਪਣਾ ਪ੍ਰੋਗਰਾਮ ਉਲੀਕੂਗੀ, ਇਹਨੂੰ ਸੀਰੀਅਸਲੀ ਲਊਗੀ। ਕਿਉਂਕਿ ਮੈਂ ਦੁਬਾਰਾ ਇਹ ਗੱਲ ਦੁਹਰਾਓ ਦੇ ਤੌਰ ਤੇ ਕਹਿਣਾ ਕਿ ਬੇਸ਼ੱਕ ਇਹ ਜਿਹੜੇ ਨੋਟਿਸ ਆਏ ਨੇ ਉਹ ਇੰਡੀਵਿਜੂਅਲਸ ਨੂੰ ਆਏ ਆ, ਇੱਕ ਕਿਸੇ ਬੰਦੇ ਨੂੰ ਨਿੱਜੀ ਹੈਸੀਅਤ 'ਚ ਆਏ ਆ, ਪਰ ਇਹਨਾਂ ਨੋਟਿਸਾਂ ਦੇ ਰਾਹੀਂ ਇਸ ਸੰਘਰਸ਼ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਲੀਡ ਕਰਨ ਵਾਲੀਆਂ ਧਿਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਬੰਧ ਦੇ ਵਿੱਚ ਆਪਣਾ ਪਾਲਿਸੀ ਸਟੇਟਮੈਂਟ ਤੇ ਇੱਕ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਆਉਣ, ਤੇ ਆਪਾਂ ਉਮੀਦ ਕਰਦੇ ਹਾਂ ਕਿ ਉਹ ਲੈ ਕੇ ਆਉਣਗੇ। ਆਖਰ ਦੇ ਵਿੱਚ ਇੱਕ ਸਵਾਲ ਆ ਜੀ, ਜਿਹੜੇ ਹੁਣ ਜਿਵੇਂ ਨੋਟਿਸ ਆ ਗਏ ਆ, ਆਪਾਂ ਇਹਨਾਂ ਨੋਟਿਸਾਂ ਦੇ ਉੱਪਰ ਗੱਲ ਕਰ ਰਹੇ ਹਾਂ, ਤੁਸੀਂ ਇੱਕ ਵਕੀਲ ਵੀ ਹੋ ਪੇਸ਼ੇ ਤੋਂ, ਇਹ ਨੋਟਿਸ ਆ ਗਿਆ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਡਰ ਤਾਂ ਨਹੀਂ ਕਿਤੇ ਪੈ ਜਾਏਗਾ ਇਹ ਨੋਟਿਸਾਂ ਨੂੰ ਦੇਖ ਕੇ? ਨਹੀਂ ਦੇਖੋ, ਇਹਦੇ 'ਚ ਡਰਨ ਵਾਲੀ ਗੱਲ ਨਹੀਂ ਹੈਗੀ। ਜੇਕਰ ਕਿਸੇ ਨੂੰ ਕੋਈ ਟ੍ਰਾਂਜੈਕਸ਼ਨ ਹੋਇਆ ਆ, ਕਿਸੇ ਨੇ ਮੰਨ ਲਓ ਵੀ ਇਹ ਕਿਸੇ ਵੀ ਤਰੀਕੇ ਦੇ ਨਾਲ ਹੋਇਆ, ਕਿਸੇ ਭੈਣ ਭਰਾ ਨੇ ਮਾਇਆ ਭੇਜੀ ਹੈ, ਉਹਨਾਂ ਨੂੰ ਜਾ ਕੇ ਦੱਸਣਾ ਚਾਹੀਦਾ। ਜਿਹੜੀ ਗੱਲ ਦਾ ਰਿਕਾਰਡ ਹੈ ਉਹਦੇ ਤੋਂ ਤੁਸੀਂ ਮੁੱਕਰਨਾ ਨਹੀਂਗਾ, ਉਹ ਜਾ ਕੇ ਦੱਸੋ। ਦੂਸਰਾ, ਤਕਰੀਬਨ ਪਹਿਲਾਂ ਵੀ ਇਹ ਗੱਲ ਕਹੀ ਗਈ ਆ ਵੀ ਇਹ ਜਿਹੜੇ ਸੱਜਣ ਮਦਦ ਕਰਦੇ ਉਹਨਾਂ ਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਉਹ ਸਿੱਧੀ ਚੀਜ਼ ਇੱਥੇ ਪੁੱਛ ਲੈਣ ਕਿਹੜੀ ਚੀਜ਼ ਚਾਹੀਦੀ ਹੈ। ਅੱਜ ਕੱਲ੍ਹ ਇੰਟਰਨੈਟ ਤੋਂ ਸਾਰੇ ਜੇ ਗੱਦੇ ਚਾਹੀਦੇ ਆ ਤੇ ਗੱਦੇ ਵਾਲੀਆਂ ਕੰਪਨੀਆਂ ਦੇ ਮਿਲ ਜਾਂਦੇ ਆ, ਸਿੱਧੀ ਅਗਲਿਆਂ ਨੂੰ ਪੇਮੈਂਟ ਕਰੋ, ਅਗਲਿਆਂ ਨੂੰ ਕਹੋ ਵੀ ਫਲਾਣੇ ਲੰਗਰ ਦੇ ਵਿੱਚ ਇੰਨੇ ਗੱਦੇ ਜਿਹੜੇ ਆ ਉਹ ਪਹੁੰਚਦੇ ਕਰ ਦਿਓ। ਕਿਸੇ ਵੀ ਨਿੱਜੀ ਤੌਰ ਦੇ ਉੱਪਰ ਕਿਸੇ ਵੀ ਵਿਅਕਤੀ ਨੂੰ ਮਾਇਆ ਨਾ ਭੇਜੋ, ਕਿਉਂਕਿ ਉਹ ਮਾਇਆ ਦਾ ਬਹਾਨਾ ਬਣਾ ਕੇ ਸਰਕਾਰ ਉਹਨੂੰ ਹਰਾਸ ਕਰ ਸਕਦੀ ਆ। ਦੂਜਾ ਇਹ ਆ ਵੀ ਆਪਣੇ ਇਸ ਸੰਬੰਧ ਦੇ ਵਿੱਚ ਹੁਣ ਮੈਂ ਤਾਂ ਇਹ ਸਮਝਦਾ ਵੀ ਜਦੋਂ FIRਾਂ ਦਰਜ ਹੋ ਰਹੀਆਂ ਨੇ, ਜਦੋਂ ਨੋਟਿਸ ਆ ਰਹੇ ਆ, ਤਾਂ ਹੁਣ ਤੱਕ ਮੋਰਚੇ ਦੇ ਵੱਲੋਂ ਕੋਈ ਲੀਗਲ ਟੀਮ ਜਿਹੜੀ ਆ ਉਹ ਗਠਿਤ ਹੋਣੀ ਚਾਹੀਦੀ ਸੀਗੀ ਵੀ ਜਿਹੜੀ ਆਮ ਬੰਦੇ ਨੂੰ ਕਿਸੇ, ਹੁਣ ਇੱਥੇ ਕੱਲ ਸਾਡੇ ਕੋਲ ਲੰਗਰ ਵਾਲੇ ਆਏ, ਉਹ ਕਹਿੰਦੇ ਜੀ ਸਾਨੂੰ ਨੋਟਿਸ ਆ ਗਿਆ ਵੀ ਦੱਸੋ ਕੀ ਕਰੀਏ। ਹੁਣ ਅਗਲੇ ਨੂੰ ਪਤਾ ਹੋਵੇ, ਅਸੀਂ ਹੁਣ ਜਿਨ੍ਹਾਂ ਵਕੀਲਾਂ ਨੂੰ ਅਸੀਂ ਜਾਣਦੇ ਹਾਂ, ਅਸੀਂ ਚਲੋ ਅਗਲੇ ਨੂੰ ਜਸਪਾਲ ਸਿੰਘ ਮੰਝਪੁਰ ਹੋਣਾ ਦਾ ਨੰਬਰ ਦੇ ਦਿੰਦੇ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਪਰ ਚਾਹੀਦਾ ਇਹ ਆ ਵੀ ਕੋਈ ਨਾ ਕੋਈ ਇੱਕ ਲੀਗਲ ਟੀਮ ਹੋਵੇ। ਕਿਸੇ ਨੂੰ ਵੀ ਲੀਗਲ ਅੜਿੱਕਾ ਹੁੰਦਾ, ਅਗਲਾ ਘੱਟੋ ਘੱਟ ਜਾ ਕੇ ਉਹਨਾਂ ਕੋਲੋਂ ਸਲਾਹ ਤੇ ਲੈ ਸਕੇ ਨਾ, ਇਹ ਦੇਖ ਸਕੇ ਵੀ ਜੇ ਉਹਨਾਂ ਨੇ 18 ਤਰੀਕ ਨੂੰ ਬੁਲਾਇਆ ਉੱਥੇ NIA ਨੇ ਆਪਣੇ ਹੈੱਡ ਆਫਿਸ ਦੇ ਵਿੱਚ ਵੀ ਜਾ ਕੇ ਕੀ ਬਿਆਨ ਦਰਜ ਕਰਾਉਣਾ ਆ, ਨਹੀਂ ਤਾਂ ਮਾੜੇ ਬੰਦੇ ਨੂੰ ਤਾਂ ਦਬ ਕੇ ਮਾਰਨਗੇ ਹੀ। ਜੇ ਇਹੋ ਹੀ ਅਗਲਾ ਵਕੀਲ ਨਾਲ ਸਲਾਹ ਕਰਕੇ ਗਿਆ ਹੋਵੇ, ਇਹ ਵੀ ਦੇਖਿਆ ਹੋਵੇ ਵੀ ਕੀ ਮੈਂ ਆਪਣਾ ਵਕੀਲ ਨਾਲ ਲੈ ਕੇ ਜਾ ਸਕਦਾ ਉੱਥੇ, ਜਦੋਂ ਬਿਆਨ ਦਰਜ ਕਰਵਾਉਣ ਜਾਣਾ ਆ ਉੱਥੇ ਨਾਲ ਇੱਕ ਲੀਗਲ ਟੀਮ ਦੇ ਵਿੱਚੋਂ ਵਕੀਲ ਜਾਵੇ, ਜਾ ਕੇ ਸਟੇਟਮੈਂਟ ਦਰਜ ਕਰੇ। ਹੈ ਇਹ ਪਾਰਟ ਆਫ ਗੇਮ ਆ, ਇਹਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ, ਬਲਕਿ ਜੇ ਇਹਨੂੰ ਸਹੀ ਤਰੀਕੇ ਦੇ ਨਾਲ, ਸੁਚਾਰੂ ਤਰੀਕੇ ਦੇ ਨਾਲ ਦੇਖੀਏ ਤੇ ਇਹਨਾਂ ਚਾਲਾਂ ਨੂੰ ਨਾਕਾਮ ਕੀਤਾ ਜਾ ਸਕਦਾ। ਜਿੱਦਾਂ ਕਿ BJP ਦਾ IT ਸੈੱਲ ਜੇ ਫੇਲ ਕਰ ਦਿੱਤਾ, ਜਿੱਤੋਂ ਮਤਲਬ ਦੁਨੀਆ ਤਰਾਉਂਦੀ ਸੀਗੀ, IT ਸੈੱਲ ਨਾਕਾਮ ਹੋਇਆ ਤੇ NIA ਦੇ ਨੋਟਿਸ ਵੀ ਨਾਕਾਮ ਹੋ ਸਕਦੇ ਆ। ਲੀਡਰਸ਼ਿਪ ਨੂੰ ਮੈਂ ਫਿਰ ਮਤਲਬ ਵਾਰ-ਵਾਰ ਉਹ ਗੱਲ ਕਹਿਣੀ ਪੈਂਦੀ ਹੈ ਕਿ ਉਹਨਾਂ ਨੂੰ ਇਸ ਸੰਬੰਧ 'ਚ ਡਿਸੀਜਨ ਲੈਣਾ ਚਾਹੀਦਾ। ਹਾਂਜੀ,
ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ ਬਹੁਤ। ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ, ਜਿਨ੍ਹਾਂ ਦਾ ਕਹਿਣਾ ਗਾ ਕਿ ਜਿਹੜੇ NIA ਦੇ ਨੋਟਿਸ ਆ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਜਥੇਬੰਦੀਆਂ ਨੂੰ ਵੀ ਇੱਕ ਧਿਆਨ ਦੇ ਵਿੱਚ ਇਹ ਚੀਜ਼ਾਂ ਨੂੰ ਰੱਖਣਾ ਚਾਹੀਦਾ। ਅਤੇ ਉਸ ਤੋਂ ਬਾਅਦ ਇਹਨਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਨੋਟਿਸਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਇਹ ਕੁਝ ਬੰਦਿਆਂ ਦੇ ਨਾਮ ਆਏ ਨੇ ਜਿਹੜੇ ਕਿ ਨਿੱਜੀ ਸੀ, ਉਹਨਾਂ ਦੇ ਨਾਮ ਆਏ ਨੇ, ਪਰ ਫਿਰ ਵੀ ਇਹਦੇ ਨੋਟਿਸਾਂ ਦੇ ਉੱਪਰ ਗੱਲਬਾਤ ਕਰਦੇ ਰਵਾਂਗੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਮੈਂ ਹਰਜਿੰਦਰ ਸਿੰਘ ਢਿੱਲੋਂ, ਸਿੰਘੂ ਬਾਰਡਰ, ਦਿੱਲੀ।